हेलो स्टूडेंट्स, मैं मोहित ढिंगरा। वेलकम टू द ऑनलाइन यूट्यूब चैनल ऑफ CBC इंस्टीट्यूट। स्टूडेंट्स, जिस तरीके ਨਾਲ ਆਪਾਂ ਡਿਸਕਸ ਕਰ ਰਹੇ ਸੀ ਪੰਜਾਬ ਪਟਵਾਰੀ ਦੇ ਇੰਪੋਰਟੈਂਟ ਕੁਐਸਚਨਸ ਨੂੰ, ਆਪਾਂ ਸਟੈਟਿਕ ਜੀਕੇ ਪਾਰਟ ਕਵਰ ਕਰ ਰਹੇ ਸੀ, ਜਿਹਦੇ ਵਿੱਚ ਆਪਾਂ ਪਾਰਟ 4 ਤੱਕ ਡਿਸਕਸ ਕਰ ਲਿਆ ਸੀ। ਆਈ ਹੋਪ ਤੁਸੀਂ ਉਹਨਾਂ ਸਾਰੇ ਕੁਐਸਚਨਸ ਨੂੰ ਯਾਦ ਕਰ ਲਿਆ ਹੋਊਗਾ, ਸਮਝ ਲਿਆ ਹੋਊਗਾ ਅਤੇ ਕਾਪੀ 'ਤੇ ਨੋਟ ਕਰ ਲਿਆ ਹੋਊਗਾ, ਹੈ ਨਾ। ਤਾਂ ਅੱਜ ਆਪਾਂ ਡਿਸਕਸ ਕਰਾਂਗੇ ਪਾਰਟ 5। ਤਾਂ ਕਾਪੀ ਪੈਨ ਲੈ ਕੇ ਤੁਸੀਂ ਨਾਲ ਬੈਠਣਾ, ਇਸ ਕੁਐਸਚਨਸ ਨੂੰ ਜ਼ਰੂਰ ਦੇਖਣਾ ਅਤੇ ਪੰਜਾਬ ਪਟਵਾਰੀ ਆਉਣ ਵਾਲੇ ਜਿਹੜੇ ਵੀ ਪੰਜਾਬ ਦੇ ਇੰਪੋਰਟੈਂਟ ਐਗਜ਼ਾਮ ਹੈ ਜਿਹਦੇ ਵਿੱਚ ਸਟੈਟਿਕ ਜੀਕੇ ਪੁੱਛੀ ਜਾਂਦੀ ਹੈ, ਉਹ ਪਾਰਟ ਤੁਹਾਡੇ ਇਹਦੇ ਵਿੱਚ ਕਵਰ ਹੋਊਗਾ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਹੈ, ਬਹੁਤ ਹੀ ਜ਼ਿਆਦਾ ਅੱਛੀ ਐਕਸਪਲੇਨੇਸ਼ਨ ਨਾਲ ਮੈਂ ਤੁਹਾਨੂੰ ਇਹ ਕੁਐਸਚਨ ਸਮਝਾਉਣਾ। ਤੁਸੀਂ ਇਹ ਕੁਐਸਚਨਸ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ, ਦੇਖ ਲੈਣਾ, ਨੋਟ ਕਰ ਲੈਣਾ। ਤਾਂ ਸਟਾਰਟ ਕਰਦੇ ਹਾਂ ਅੱਜ ਦਾ ਆਪਣਾ ਫਸਟ ਕੁਐਸਚਨ ਹੈ ਜੀ, ਜਾਮਾ ਮਸਜਿਦ ਆਫ ਦਿੱਲੀ ਵਾਜ਼ ਬਿਲਟ ਬਾਏ। ਜਾਮਾ ਮਸਜਿਦ ਕਿੱਥੇ ਹੈ ਜੀ? ਦਿੱਲੀ ਦੇ ਵਿੱਚ। ਜਾਮਾ ਮਸਜਿਦ ਨੂੰ ਕਿੰਨੇ ਬਣਵਾਇਆ ਸੀ, ਆਪਾਂ ਇਹ ਦੱਸਣਾ। ਤਾਂ ਇਹਦਾ 4th ਆਪਸ਼ਨ ਕਰੈਕਟ ਆਨਸਰ ਹੈ ਸ਼ਾਹਜਹਾਂ। ਤਾਂ ਮੁਗਲਾਂ 'ਤੇ ਗੱਲ ਆ ਰਹੀ ਹੈ ਫਿਰ। ਤਾਂ ਜਦੋਂ ਮੁਗਲ ਇੰਡੀਆ 'ਤੇ ਆਏ ਸੀ, ਆਪਾਂ ਪੜ੍ਹਿਆ ਸੀ ਸਭ ਤੋਂ ਪਹਿਲਾਂ ਮੁਗਲ, ਆਪਾਂ ਇਹਨੂੰ ਇੱਦਾਂ ਯਾਦ ਰੱਖਿਆ ਸੀ ਬਾਦਸ਼ਾਹ ਤੋਂ। ਬਾਦਸ਼ਾਹ ਹੈ ਨਾ, ਬਾਬਰ, ਹੁਮਾਯੂੰ, ਅਕਬਰ, ਜਹਾਂਗੀਰ, ਸ਼ਾਹਜਹਾਂ ਅਤੇ ਔਰੰਗਜ਼ੇਬ। ਤਾਂ ਸ਼ਾਹਜਹਾਂ ਜਿਹੜਾ ਸੀ, ਜੋ 5th ਪਾਵਰਫੁਲ ਮੁਗਲ ਰੂਲਰ ਸੀਗਾ, ਉਹਨੇ ਬਣਵਾਇਆ ਸੀ ਜਾਮਾ ਮਸਜਿਦ ਆਫ ਦਿੱਲੀ, ਜੋ ਕਿ ਇੰਡੀਆ ਦੀ ਸਭ ਤੋਂ ਲਾਰਜੈਸਟ ਮਸਜਿਦ ਵੀ ਮੰਨੀ ਜਾਂਦੀ ਹੈ, ਜਾਮਾ ਮਸਜਿਦ। ਤਾਂ ਇਹਨੂੰ ਕਿੰਨੇ ਬਣਵਾਇਆ ਸੀ? ਸ਼ਾਹਜਹਾਂ ਨੇ। ਤਾਂ ਜਿਹੜੀ ਜਾਮਾ ਮਸਜਿਦ ਹੈ, ਵੈਸੇ ਹੀ ਅਸਲ ਦੇ ਵਿੱਚ ਜਿਹੜੀ ਇਟ ਇਜ਼ ਦਾ ਰੈਪਲੀਕਾ ਆਫ ਮੋਤੀ ਮਸਜਿਦ ਇਨ ਆਗਰਾ। ਜਿਹੜੀ ਆਗਰਾ ਦੀ ਮੋਤੀ ਮਸਜਿਦ ਹੈ, ਉਹਦਾ ਇਹ ਕੀ ਹੈ? ਰੈਪਲੀਕਾ ਦਾ ਮਤਲਬ ਹੁੰਦਾ ਹੈ ਕਾਪੀ, ਨਕਲ। ਤਾਂ ਜਿਸ ਤਰੀਕੇ ਨਾਲ ਮੋਤੀ ਮਸਜਿਦ ਦਿਖਦੀ ਹੈ ਆਗਰਾ ਦੇ ਵਿੱਚ, ਉਸੇ ਤਰੀਕੇ ਨਾਲ ਦਿੱਲੀ ਦੇ ਵਿੱਚ ਦਿਖਦੀ ਹੈ ਜਾਮਾ ਮਸਜਿਦ। ਠੀਕ ਹੈ ਜੀ। ਤਾਂ ਆਨਸਰ ਹੋ ਚੁੱਕਾ ਸੀ ਸ਼ਾਹਜਹਾਂ। ਬਾਕੀ ਆਪਸ਼ਨਸ ਨੂੰ ਵੀ ਦੇਖ ਲੈਂਦੇ ਹਾਂ। ਅਕਬਰ 'ਤੇ ਆਪਾਂ ਕੁਐਸਚਨ ਕੀ ਪੜ੍ਹਿਆ ਸੀ? ਅਕਬਰ ਨੇ ਕਿਹੜਾ ਨਾਰਾ ਦਿੱਤਾ ਸੀ? ਸੁਲੇ ਕੁਲ ਦਾ ਨਾਰਾ ਕਿੰਨੇ ਦਿੱਤਾ ਸੀ? ਅਕਬਰ, ਯਾਨੀ ਕਿ ਯੂਨੀਵਰਸਲ ਪੀਸ। ਹੁਮਾਯੂੰ 'ਤੇ ਕੁਐਸਚਨ ਕੀ ਆਉਂਦਾ ਜੀ? ਆਪਾਂ ਨੂੰ ਹੁਮਾਯੂੰ 'ਤੇ ਬੁੱਕ ਪੁੱਛੀ ਜਾਂਦੀ, ਉਹਦਾ ਨਾਮ ਕੀ ਹੈ? ਹੁਮਾਯੂੰਨਾਮਾ ਬੁੱਕ ਨੂੰ ਕਿੰਨੇ ਲਿਖਿਆ ਸੀ? ਗੁਲਬਦਨ ਬੇਗਮ। ਇਹ ਪਿਛਲੀ ਸੀਰੀਜ਼ ਦੇ ਵਿੱਚ ਆਪਾਂ ਸਾਰਾ ਕੁਝ ਪੜ੍ਹ ਕੇ ਆਏ, ਨੋਟ ਕਰ ਲੈਣਾ। ਬਾਬਰ ਕੌਣ ਸੀ ਜੀ? ਫਸਟ ਮੁਗਲ ਰੂਲਰ, ਪਹਿਲਾ ਮੁਗਲ ਰਾਜਾ ਕੌਣ ਸੀਗਾ? ਬਾਬਰ। ਚਲੋ ਨੈਕਸਟ ਹੈ ਜੀ ਕੁਐਸਚਨ, ਦ ਟਰਮ ਇਕੁਅਲ ਡੇ ਫॉर ਇਕੁਅਲ ਵਰਕ। ਪਹਿਲੀ ਵਾਰ ਕਿਸੇ ਪੋਲਿਟੀ 'ਤੇ ਕੁਐਸਚਨ ਆਇਆ ਹੈ ਨਾ, ਪੋਲਿਟੀ ਦਾ ਕੁਐਸਚਨ ਹੈ। ਇੱਥੇ ਡੇ ਨਹੀਂ ਆਊਗਾ, ਇਕੁਅਲ ਪੇ ਫॉर ਇਕੁਅਲ ਵਰਕ। ਇਹ ਡਿਸਕ੍ਰਿਮੀਨੇਸ਼ਨ ਨੂੰ ਰਿਮੂਵ ਕਰਨ ਲਈ, ਹੈ ਨਾ, ਇੱਕੋ ਕੰਮ ਲਈ ਇੱਕੋ ਹੀ ਪੇ, ਇੱਕੋ ਹੀ ਤਨਖਾਹ ਹੋਣੀ ਚਾਹੀਦੀ ਹੈ। ਜਿਹੜਾ ਕੰਸੈਪਟ ਹੈ, ਇਹ ਕੰਸੈਪਟ ਕਿੱਥੋਂ ਲਿਆ ਗਿਆ ਜਾਂ ਕਿਹਦੇ ਵਿੱਚ ਦੱਸਿਆ ਗਿਆ? ਇਹ ਆਪਣੇ ਸੰਵਿਧਾਨ ਦਾ ਜਿਹੜਾ 4th ਪਾਰਟ ਹੈ। 4th ਪਾਰਟ ਕਿਹਦੇ ਨਾਲ ਡੀਲ ਕਰਦਾ ਹੈ? ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਯਾਨੀ ਕਿ ਇਹਨੂੰ ਆਪਾਂ ਹੋਰ ਕੀ ਬੋਲਦੇ ਹਾਂ? DPSP ਆਪਣੇ ਸੰਵਿਧਾਨ ਦਾ 4ਥਾ ਪਾਰਟ ਹੈ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀ, ਯਾਨੀ ਕਿ ਰਾਜ ਕੇ ਨੀਤੀ ਨਿਰਦੇਸ਼ਕ ਸਿਧਾਂਤ। ਤਾਂ ਉਹਦੇ ਵਿੱਚੋਂ ਇਹ ਕੰਸੈਪਟ ਲਿਆ ਗਿਆ ਇਕੁਅਲ ਪੇ ਫॉर ਇਕੁਅਲ ਵਰਕ। ਠੀਕ ਹੈ, ਇੰਪੋਰਟੈਂਟ ਹੈ ਅਤੇ ਆਪਾਂ ਇਹ ਵੀ ਯਾਦ ਰੱਖਣਾ। DPSP ਦਾ ਕੰਸੈਪਟ ਆਪਾਂ ਕਿਹੜੀ ਕੰਟਰੀ ਤੋਂ ਬੋਰੋ ਕੀਤਾ ਸੀ? ਵੀ ਆਪਾਂ ਨੂੰ ਕੁਐਸਚਨ ਪੁੱਛਿਆ ਜਾਊਗਾ। ਕੰਟਰੀ ਦਾ ਨਾਮ ਹੈ ਜੀ ਆਇਰਲੈਂਡ, ਅਤੇ ਜੇ ਆਪਾਂ ਕਿਸੇ ਕੰਟਰੀ ਦਾ ਨਾਮ ਬੋਲਾਂਗੇ ਨਾਲ ਉਹਦੀ ਕੈਪੀਟਲ ਵੀ ਯਾਦ ਰੱਖਣੀ ਹੈ। ਆਇਰਲੈਂਡ ਦੀ ਕੈਪੀਟਲ ਹੈ ਡਬਲਿਨ। ਉਸ ਤੋਂ ਇਲਾਵਾ ਬਾਕੀ ਆਪਸ਼ਨਸ ਨੂੰ ਦੇਖਦੇ ਹਾਂ। ਫੰਡਾਮੈਂਟਲ ਡਿਊਟੀਜ਼, FDs। ਫੰਡਾਮੈਂਟਲ ਡਿਊਟੀਜ਼ ਦਾ ਜਿਹੜਾ ਕੰਸੈਪਟ ਹੈ, ਉਹ ਆਪਾਂ ਕਿੱਥੋਂ ਲਿਆ? ਰਸ਼ੀਆ, ਜਾਂ ਫਿਰ ਤੁਹਾਨੂੰ ਐਗਜ਼ਾਮ ਦੇ ਵਿੱਚ ਆਪਸ਼ਨ ਮਿਲੂਗੀ USSR। ਰਸ਼ੀਆ ਜਾਂ ਫਿਰ USSR। ਅਤੇ ਰਸ਼ੀਆ ਦੀ ਕੈਪੀਟਲ ਕੀ ਹੈ ਜੀ? ਮੋਸਕੋ। ਦੁਨੀਆ ਦੀ ਸਭ ਤੋਂ ਵੱਡੀ ਕੰਟਰੀ ਹੈ ਰਸ਼ੀਆ। ਤਾਂ ਰਸ਼ੀਆ ਇਜ਼ ਦਾ ਲਾਰਜੈਸਟ ਕੰਟਰੀ ਅਕੋਰਡਿੰਗ ਟੂ ਏਰੀਆ। ਖੇਤਰਫਲ ਦੇ ਹਿਸਾਬ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਟਰੀ ਕਿਹੜੀ ਹੈ ਜੀ? ਰਸ਼ੀਆ ਤੋਂ ਕੰਸੈਪਟ ਲਿਆ ਸੀ ਫੰਡਾਮੈਂਟਲ ਡਿਊਟੀਜ਼ ਦਾ। ਬਾਕੀ ਆਪਸ਼ਨਸ ਵੀ ਦੇਖਦੇ ਆ। ਫੰਡਾਮੈਂਟਲ ਰਾਈਟਸ ਦਾ ਕੰਸੈਪਟ, FR ਦਾ ਕੰਸੈਪਟ ਕਿਸ ਤੋਂ ਲਿਆ ਸੀ ਆਪਾਂ? USA ਤੋਂ। ਵੈਰੀ ਇੰਪੋਰਟੈਂਟ, USA ਤੋਂ ਲਿਆ ਸੀ ਫੰਡਾਮੈਂਟਲ ਰਾਈਟਸ ਦਾ ਕੰਸੈਪਟ। ਦੈਨ ਪ੍ਰੈਂਬਲ, ਪ੍ਰਸਤਾਵਨਾ, ਜਿਹਨੂੰ ਆਪਾਂ ਪ੍ਰੈਂਬਲ ਨੂੰ ਦੇਖੋ ਇੰਟਰੋਡਕਸ਼ਨ ਆਫ ਦਾ ਕੌਨਸਟੀਟਿਊਸ਼ਨ ਵੀ ਬੋਲਿਆ ਜਾਂਦਾ ਹੈ। ਤਾਂ ਪ੍ਰੈਂਬਲ ਦਾ ਕੰਸੈਪਟ ਵੀ ਕਿੱਥੋਂ ਲਿਆ ਸੀ ਆਪਾਂ? USA। ਅਤੇ ਪ੍ਰੈਂਬਲ ਨੂੰ ਕੀ ਬੋਲਿਆ ਜਾਂਦਾ ਹੈ? ਇੰਟਰੋਡਕਸ਼ਨ ਆਫ ਕੌਨਸਟੀਟਿਊਸ਼ਨ। ਆਪਣੇ ਇੰਡੀਅਨ ਕੌਨਸਟੀਟਿਊਸ਼ਨ ਦੀ ਇੰਟਰੋਡਕਸ਼ਨ ਕਿਹਨੂੰ ਬੋਲਿਆ ਜਾਂਦਾ ਹੈ? ਪ੍ਰਸਤਾਵਨਾ, ਯਾਨੀ ਕਿ ਪ੍ਰੈਂਬਲ। ਚਲਦੇ ਜੀ ਨੈਕਸਟ ਕੁਐਸਚਨ 'ਤੇ। ਥਰਡ ਕੁਐਸਚਨ ਕੀ ਹੈ? ਹੂਜ਼ ਰਿਕਮੈਂਡੇਸ਼ਨ ਇਜ਼ ਮੈਂਡੇਟਰੀ ਟੂ ਇੰਪੀਚ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਫਰੋਮ ਹਿਸ ਆਫਿਸ ਬਿਫੋਰ ਦਾ ਕੰਪਲੀਸ਼ਨ ਆਫ ਹਿਸ ਟਰਮ। ਯਾਨੀ ਕਿ ਭਾਰਤ ਦੇ ਜਿਹੜੇ ਰਾਸ਼ਟਰਪਤੀ ਹੈ, ਉਹਨਾਂ ਨੂੰ ਉਹਨਾਂ ਦੇ ਆਫਿਸ ਤੋਂ ਹਟਾਉਣ ਲਈ ਕਿਹਦੀ ਰਿਕਮੈਂਡੇਸ਼ਨ ਲੈਣਾ ਜ਼ਰੂਰੀ ਹੈ? ਤਾਂ ਇਹਦਾ ਆਨਸਰ ਹੈ ਜੀ 4th ਆਪਸ਼ਨ, ਦਾ 2 ਹਾਊਸਿਸ ਆਫ ਦਾ ਪਾਰਲੀਮੈਂਟ। ਆਪਣੀ ਜਿਹੜੀ ਸੰਸਦ ਆ, ਉਹਦੇ ਦੋਨੋਂ ਹਾਊਸਿਸ ਯਾਨੀ ਕਿ ਲੋਕ ਸਭਾ ਅਤੇ ਰਾਜ ਸਭਾ ਦੀ ਮਨਜ਼ੂਰੀ ਲੈਣਾ ਜ਼ਰੂਰੀ ਹੈ। ਤਾਂ ਇਹ ਜਿਹੜਾ ਇੰਪੀਚਮੈਂਟ ਕੀ ਹੁੰਦਾ? ਮਹਾਭਿਯੋਗ, ਯਾਨੀ ਕਿ ਆਪਾਂ ਪ੍ਰੈਜ਼ੀਡੈਂਟ ਨੂੰ ਹਟਾ ਸਕਦੇ ਹਾਂ। ਜਦੋਂ ਪ੍ਰੈਜ਼ੀਡੈਂਟ ਮਤਲਬ ਕੌਨਸਟੀਟਿਊਸ਼ਨ ਦੀ ਅਵੇਲਨਾ ਕਰਦੇ, ਉਹਦਾ ਉਲੰਘਣ ਕਰਦੇ ਆ, ਤਾਂ ਆਰਟੀਕਲ 61 ਤੁਸੀਂ ਯਾਦ ਰੱਖਣਾ। ਆਰਟੀਕਲ 61 ਹੈ ਜਿਹੜਾ ਆਪਣੇ ਸੰਵਿਧਾਨ ਦਾ ਇਹ ਦੱਸਣਾ ਵੀ ਲੋਕ ਸਭਾ ਰਾਜ ਸਭਾ ਦੀ ਦੋਨਾਂ ਦੀ ਮਨਜ਼ੂਰੀ ਨਾਲ ਆਪਾਂ ਪ੍ਰੈਜ਼ੀਡੈਂਟ ਨੂੰ ਹਟਾ ਸਕਦੇ ਹਾਂ। ਦੋਨਾਂ ਦੇ ਵਿੱਚ ਬਿੱਲ ਪਾਸ ਕਰਕੇ ਆਪਾਂ ਇਹਨਾਂ ਨੂੰ ਹਟਾ ਸਕਦੇ ਹਾਂ। ਅਤੇ ਜਿਹੜਾ ਬਿੱਲ ਪਾਸ ਕਰਨ ਦਾ ਇਨੀਸ਼ੀਏਟਿਵ ਹੈ, ਉਹ ਕਿਸੇ ਵੀ ਹਾਊਸ ਦੇ ਵਿੱਚ ਸ਼ੁਰੂ ਹੋ ਸਕਦਾ, ਚਾਹੇ ਤਾਂ ਉਹ ਲੋਕ ਸਭਾ ਸ਼ੁਰੂ ਹੋ ਸਕਦਾ, ਚਾਹੇ ਉਹ
राज्य सभा। शुरू किसी च भी हो सकता है लेकिन दोनों च पास कराना जरूरी है। आर्टिकल 61 इंपीचमेंट ऑफ द प्रेजिडेंट, ठीक है, याद रखना। चलते हैं जी अपने अगले क्वेश्चन ते। फोर्थ क्वेश्चन, द DPSP डायरेक्टिव प्रिंसिपल्स ऑफ स्टेट पॉलिसी आर मैंशनड इन, ਆਪਾਂ ਹੁਣੀ पढ़ के हटे हैं पार्ट 4। पार्ट 4 अपने इंडियन कॉन्स्टिट्यूशन का, वो ਆਪਾਂ ਨੂੰ ਕਿਹਦੇ ਬਾਰੇ ਦੱਸਿਆ, DPSP ਬਾਰੇ। DPSP डायरेक्टिव प्रिंसिपल्स ऑफ स्टेट पॉलिसी। DPSP का कंसैप्ट कितों लिया, आयरलैंड तो। आयरलैंड की कैपिटल की है, डबलिन, ठीक है जी। तो तुसी पार्ट 4 तक एक बार आप देख लें, पार्ट 1 2 3 4, 1 2 3 एंड 4। पार्ट 4 तो तुम देखिए ये DPSP नाल डील करता है। पार्ट 1 किहदे नाल डील करता है, यूनीयन एंड इट्स टैरेटरीज। पार्ट 1 का की नाम है, यूनीयन एंड इट्स टैरेटरीज। पार्ट 2 का नाम है जी सिटीजनशिप। पार्ट 3 है फंडामेंटल राइट्स। ये भी पूछ सकते हैं, फंडामेंटल राइट्स जो कि USA तो ले है, ये लिए पार्ट 3। चलते हैं जी फोर्थ क्वेश्चन तो बाद अगले क्वेश्चन ते। फिफ्थ क्वेश्चन, विच आर्टिकल डील्स विद द रिट जुरिडिक्शन ऑफ द सुप्रीम कोर्ट। तो सुप्रीम कोर्ट दे विच आपां आर्टिकल दसना है जिहदे विच रिट जुरिडिक्शन बारे अपन दस्सिया गया। तो आर्टिकल है 32, वेरी इंपॉर्टेंट। आर्टिकल 32 तो आर्टिकल 30 नूं आपां होर की बोलते हैं, इनू बोलते हैं राइट टू कॉन्स्टिट्यूशनल रेमेडीज़। राइट टू कॉन्स्टिट्यूशनल रेमेडीज़, ये नाम है आर्टिकल 32 का, काफ़ी इंपॉर्टेंट है। ये की है आर्टिकल 32 के 5 तरह की रिट्स इशू की जाती अपने फंडामेंटल राइट्स को प्रोटैक्ट करने लिए, टू प्रोटैक्ट फंडामेंटल राइट्स। ये की है, कोई इंसान डायरैक्टली सुप्रीम कोर्ट जा सकता है जो वो फंडामेंटल राइट्स, मतलब फंडामेंटल राइट्स को कोई अबॉलिश करता है ना, डायरैक्टली आप सुप्रीम कोर्ट जा सकते हैं आर्टिकल 32 के अकॉर्डिंग। वेरी इंपॉर्टेंट है आर्टिकल 32 अपने सुप्रीम कोर्ट का, अपने संविधान का। आर्टिकल 32 है जोड़ा ये अपने पार्ट 3 के आ जाता है। पार्ट 3 किहदे नाल डील करता है, फंडामेंटल राइट्स नाल। तो फंडामेंटल राइट्स लिए आप आर्टिकल याद रखने 12 तो 35 तक। तो आर्टिकल 32 है 12 तो 35 के आ जाता है, तो यह भी याद रखना। आप फंडामेंटल राइट्स का कंसैप्ट कितों लिया सी, USA तो। एक चीज़ आप होर याद रखनी है, हाँ, आर्टिकल जोड़ा 32 है इनू होर की बोलिया जाता है, इनू बोलते हैं हार्ट एंड सोल ऑफ द कॉन्स्टिट्यूशन। सारिया चीज़ां एग्जाम च पूछिया जांदियां, देखो काफ़ी इंपॉर्टेंट है। हार्ट एंड सोल ऑफ द कॉन्स्टिट्यूशन, इनू किन्ने बोलिया सी, डॉक्टर BR अंबेडकर ने। हार्ट एंड सोल ऑफ द कॉन्स्टिट्यूशन। चलो चलते जी नैक्सट क्वेश्चन ते। 6th क्वेश्चन है, ऑल डिस्प्यूट्स रिगार्डिंग इलैक्शन ऑफ वाइस प्रेजिडेंट इज एडजुडिकेटेड बाय। डिस्प्यूट मतलब कोई भी लड़ाई झगड़ा रिगार्डिंग इलैक्शन ऑफ प्रेजिडेंट या फिर वाइस प्रेजिडेंट, वो कहते कित्थे सॉल्व होंगे, कित्थे चलते इदां दे केसिस। तो इसका आंसर है जी सुप्रीम कोर्ट। तो कोई भी डिस्प्यूट है रिगार्डिंग इलैक्शन ऑफ प्रेजिडेंट एंड वाइस प्रेजिडेंट, वो कोर्ट डायरैक्टली, वो केसिस डायरैक्टली कित्थे चले जाएंगे, सुप्रीम कोर्ट चले जाएंगे, ठीक है। तो इस तो आप दो क्वेश्चन होर याद रखने हैं। हू इज़ द करंट वाइस प्रेजिडेंट। हुण अपने जो आप वीडियो बना रहे हैं उदों अपने वाइस प्रेजिडेंट कौन है जी, वेंकैया नायडू। जो अज की आप गल करिए जो अपने प्रेजिडेंट वाइस प्रेजिडेंट कौन है, वेंकैया नायडू। तो जो अपन क्वेश्चन आ जाए, हू इज़ द फर्स्ट वाइस प्रेजिडेंट ऑफ इंडिया, पहले वाइस प्रेजिडेंट कौन सी, डॉक्टर सर्वपल्ली राधाकृष्णन। वेरी इंपॉर्टेंट, ठीक है। इदां दी चीज़ां अपन एग्जाम पूछ लिया। फर्स्ट इन इंडिया, फर्स्ट इन वर्ल्ड, है ना। फर्स्ट इन इंडिया मेल, फर्स्ट इन इंडिया फीमेल। तो फर्स्ट इन इंडिया वाज फर्स्ट वाइस प्रेजिडेंट कौन सी, डॉक्टर सर्वपल्ली राधाकृष्णन। वेरी इंपॉर्टेंट। चलो प्रेजिडेंट होर की बोलिया जाता है, प्रेजिडेंट बोलिया जाता है, प्रेजिडेंट इज़ ऑल्सो नोन एज फर्स्ट सिटीजन ऑफ इंडिया। तो अपने प्रेजिडेंट कौन है हुण, रामनाथ कोविंद। तो पहले कौन सीगे, पहले इंडिया के प्रेजिडेंट सीगे डॉक्टर राजेंद्र प्रसाद। उन्होंने आप एक बुक भी याद की सी राजेंद्र प्रसाद की, इंडिया डिवाइडेड। वेरी इंपॉर्टेंट। प्राइम मिनिस्टर, फर्स्ट प्राइम मिनिस्टर सी पंडित जवाहर लाल नेहरू। पार्लीमेंट यानी कि संसद भवन, इन्हों आप संसद भी बोल दें। पार्लीमेंट यानी कि संसद। क्वेश्चन होगा पार्लीमेंट, तो पार्लीमेंट को किन्ने डिज़ाइन किया सी, हू डिज़ाइंड पार्लीमेंट। तो भी याद रखना है, एडविन ल्यूटेंस। वेरी इंपॉर्टेंट, एडविन ल्यूटेंस ने डिज़ाइन की सी अपनी पार्लीमेंट, संसद। सुप्रीम कोर्ट ते की क्वेश्चन होगा, सुप्रीम कोर्ट ते क्वेश्चन होगा अपनी इंडिया के सुप्रीम कोर्ट को कदों इस्टैबलिश किया गया। इस्टैबलिश हुई सी 26 जनवरी 1950। 26 जनवरी 1950 इस्टैबलिश की गई सी सुप्रीम कोर्ट।
ਚਲੋ ਚੱਲਦੇ ਨੈਕਸਟ ਕੁਐਸਚਨ ਤੇ ਹਾਊ ਮੈਨੀ ਮੈਂਬਰਸ ਆਫ ਲੋਕ ਸਭਾ ਕੈਨ ਬੀ ਇਲੈਕਟਿਡ ਫਰੋਮ ਯੂਨੀਅਨ ਟੈਰੀਟਰੀਜ਼। ਤਾਂ ਲੋਕ ਸਭਾ ਆਪਣੇ ਪਾਰਲੀਮੈਂਟ ਦਾ ਜਿਹੜਾ ਲੋਅਰ ਹਾਊਸ ਆ ਉਹਨੂੰ ਬੋਲਿਆ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਇਹੀ ਡਿਸਕਸ ਕਰ ਲੈਂਦੇ ਹਾਂ ਲੋਕ ਸਭਾ ਦੇ ਕੁਝ ਹੋਰ ਨਾਮ, ਇਹਨੂੰ ਹੋਰ ਕੀ ਬੋਲਿਆ ਜਾਂਦਾ ਹੈ, ਲੋਅਰ ਹਾਊਸ ਆਫ ਪਾਰਲੀਮੈਂਟ। ਦੂਸਰਾ ਇਹਨੂੰ ਬੋਲਿਆ ਜਾਂਦਾ ਹੈ ਪੋਪੂਲਰ ਹਾਊਸ ਆਫ ਪਾਰਲੀਮੈਂਟ। ਤੀਸਰਾ ਇਹਨੂੰ ਬੋਲਿਆ ਜਾਂਦਾ ਹੈ ਟੈਂਪਰੇਰੀ ਹਾਊਸ ਆਫ ਪਾਰਲੀਮੈਂਟ। ਚੌਥਾ ਇਹਨੂੰ ਬੋਲਿਆ ਜਾਂਦਾ ਹੈ ਹਾਊਸ ਆਫ ਪੀਪਲ। ਇਹ ਕੁਛ ਇਹਦੇ ਨਾਮ ਹੈ, ਸਾਰੇ ਲੋਕ ਸਭਾ ਦੇ ਨਾਮ ਹੈ ਅਤੇ ਲੋਅਰ ਹਾਊਸ ਹੈ। ਹੁਣ ਕਹਿੰਦੇ ਲੋਕ ਸਭਾ ਦੇ ਵਿੱਚ ਜਿਹੜੀ ਆਪਣੀ ਯੂਨੀਅਨ ਟੈਰੀਟਰੀਜ਼ ਹੈ, ਯੂਨੀਅਨ ਟੈਰੀਟਰੀਜ਼ ਕੇਂਦਰ ਸ਼ਾਸਿਤ ਪ੍ਰਦੇਸ਼, ਉਹਨਾਂ ਦੇ ਵਿੱਚੋਂ ਕਿੰਨੇ ਮੈਂਬਰ ਇਲੈਕਟ ਕੀਤੇ ਜਾਂਦੇ? ਇਹਦਾ ਆਨਸਰ ਹੈ ਜੀ 20 ਮੈਂਬਰਸ, 20 ਮੈਂਬਰ। ਤਾਂ ਇੰਪੋਰਟੈਂਟ ਹੈ। ਅਗਲਾ ਕੁਐਸਚਨ ਆਪਾਂ ਨੂੰ ਇਹ ਬਣ ਸਕਦਾ ਵੀ ਟੋਟਲ ਆਪਣੇ ਦੇਸ਼ ਹੁਣ ਯੂਨੀਅਨ ਟੈਰੀਟਰੀਜ਼ ਕਿੰਨੀ ਹੈ? ਇਹਦਾ ਆਨਸਰ ਹੈ ਜੀ 8। ਪਹਿਲਾਂ 9 ਹੁੰਦੀਆਂ ਸੀ, ਹੁਣ ਕਿੰਨੀ ਹੈ ਜੀ 8। ਤਾਂ ਆਪਣੀ ਟੋਟਲ ਯੂਨੀਅਨ ਟੈਰੀਟਰੀਜ਼ ਪਹਿਲਾਂ 7 ਹੁੰਦੀਆਂ ਸੀ, ਹੁਣ ਕਿੰਨੇ ਹੋ ਗਏ 8। ਤਾਂ ਟੋਟਲ ਯੂਨੀਅਨ ਟੈਰੀਟਰੀਜ਼ ਹੋ ਗਈਆਂ 8। ਬਸ ਤੁਸੀਂ ਯਾਦ ਰੱਖਣਾ ਵੀ ਹੁਣ ਕਿੰਨੀਆਂ ਯੂਨੀਅਨ ਟੈਰੀਟਰੀਜ਼ 8 ਹੈ। ਚਲੋ ਚਲਦੇ ਨੇ 8th ਕੁਐਸਚਨ 'ਤੇ ਵਟ ਇਜ਼ ਦ ਮੈਕਸਿਮਮ ਪੀਰੀਅਡ ਫॉर ਵਿਚ ਦ ਵਾਈਸ ਪ੍ਰੈਜ਼ੀਡੈਂਟ ਕੈਨ ਐਕਟ ਐਜ਼ ਪ੍ਰੈਜ਼ੀਡੈਂਟ ਇਨ ਕੇਸ ਆਫ ਵੈਕੈਂਸੀ ਇਨ ਦ ਪ੍ਰੈਜ਼ੀਡੈਂਟ ਆਫਿਸ। ਵੈਰੀ ਇੰਪੋਰਟੈਂਟ ਕੁਐਸਚਨ, ਐਗਜ਼ਾਮ ਪੁਆਇੰਟ ਆਫ ਵਿਊ ਨਾਲ ਪੋਲਿਟੀ ਦਾ ਇਹ ਬੈਸਟ ਕੁਐਸਚਨ ਹੈ, ਬਹੁਤ ਵਾਰ ਐਗਜ਼ਾਮ 'ਚ ਪੁੱਛਿਆ ਗਿਆ। ਤਾਂ ਜਦੋਂ ਵੀ ਪ੍ਰੈਜ਼ੀਡੈਂਟ ਦੇ ਆਫਿਸ ਦੇ ਵਿੱਚ ਵੈਕੈਂਸੀ ਆਉਂਦੀ ਹੈ ਉਹ ਕਿਵੇਂ ਆ ਸਕਦੀ ਹੈ? ਜਾਂ ਤਾਂ ਪ੍ਰੈਜ਼ੀਡੈਂਟ ਦੀ ਡੈਥ ਹੋ ਜਾਏ, ਜਾਂ ਪ੍ਰੈਜ਼ੀਡੈਂਟ ਬਿਮਾਰ ਹੈ, ਜਾਂ ਪ੍ਰੈਜ਼ੀਡੈਂਟ ਨੇ ਰਿਜ਼ਾਈਨ ਦਿੱਤਾ, ਜਾਂ ਫਿਰ ਉਹਨਾਂ ਨੂੰ ਇੰਪੀਚਮੈਂਟ ਕਰਤੀ ਆਰਟੀਕਲ 61 ਦੇ ਅਕੋਰਡਿੰਗ। ਤਾਂ ਉਸ ਕੇਸ 'ਚ ਜੇ ਆਪਣੇ ਦੇਸ਼ ਦੇ ਵਿੱਚ ਮੰਨ ਲਓ ਹੁਣ ਕੋਈ ਪ੍ਰੈਜ਼ੀਡੈਂਟ ਨਹੀਂ ਹੈ, ਤਾਂ ਉਸ ਕੇਸ ਦੇ ਵਿੱਚ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੈ ਉਹ ਐਕਟ ਕਰ ਸਕਦਾ ਐਜ਼ ਏ ਪ੍ਰੈਜ਼ੀਡੈਂਟ। ਅਤੇ ਆਪਣੇ ਸੰਵਿਧਾਨ 'ਚ ਮਤਲਬ ਇਹ ਰੂਲ ਦੱਸਿਆ ਗਿਆ ਵੀ ਜਦੋਂ ਪ੍ਰੈਜ਼ੀਡੈਂਟ ਦਾ ਆਫਿਸ ਵੇਕੈਂਟ ਹੈ, ਪ੍ਰੈਜ਼ੀਡੈਂਟ ਦੀ ਜਗ੍ਹਾ ਕੌਣ ਐਕਟ ਕਰ ਸਕਦਾ ਹੈ? ਵਾਈਸ ਪ੍ਰੈਜ਼ੀਡੈਂਟ। ਜੇ ਵਾਈਸ ਪ੍ਰੈਜ਼ੀਡੈਂਟ ਦਾ ਵੀ ਆਫਿਸ ਵੇਕੈਂਟ ਹੈ ਤਾਂ ਕੌਣ ਕਰ ਸਕਦਾ ਹੈ? ਚੀਫ ਜਸਟਿਸ ਆਫ ਇੰਡੀਆ। ਜੇ ਚੀਫ ਜਸਟਿਸ ਆਫ ਇੰਡੀਆ ਦਾ ਵੀ ਆਫਿਸ ਵੇਕੈਂਟ ਹੈ ਤਾਂ ਕੌਣ ਕਰ ਸਕਦਾ ਹੈ? ਸੀਨੀਅਰ ਮੋਸਟ ਜੱਜ ਆਫ ਸੁਪਰੀਮ ਕੋਰਟ। ਇਹ ਸਿਸਟਮ ਹੈ। ਤਾਂ ਕਹਿੰਦੇ ਹੁਣ ਜੇ ਵਾਈਸ ਪ੍ਰੈਜ਼ੀਡੈਂਟ ਐਕਟ ਕਰ ਰਿਹਾ ਪ੍ਰੈਜ਼ੀਡੈਂਟ ਦਾ, ਤਾਂ ਉਹ ਕਿੰਨੀ ਦੇਰ ਲਈ ਐਕਟ ਕਰ ਸਕਦਾ ਹੈ? ਇਹਦਾ ਸੈਕਿੰਡ ਆਪਸ਼ਨ ਕਰੈਕਟ ਆਨਸਰ ਹੈ 6 months। The vice president can act as president for the period of 6 months। 9th question ਹੈ the president is charged with impeachment by which house of the parliament। ਹੁਣੀ ਆਪਾਂ ਪਿੱਛੇ ਪੜ੍ਹ ਕੇ ਆਏ ਹਾਂ ਵੀ ਪ੍ਰੈਜ਼ੀਡੈਂਟ ਨੂੰ ਹਟਾਇਆ ਜਾ ਸਕਦਾ, ਇੰਪੀਚਮੈਂਟ ਮਹਾਭਿਯੋਗ ਕੀਤਾ ਜਾ ਸਕਦਾ। ਆਰਟੀਕਲ 61 ਆਪਾਂ ਨੂੰ ਇਹ ਪਾਵਰ ਦਿੰਦਾ ਵੀ ਜਿਹੜੀ ਪਾਰਲੀਮੈਂਟ ਹੈ, ਪਾਰਲੀਮੈਂਟ ਦੇ ਦੋਨੋਂ ਹਾਊਸਿਸ ਮਿਲ ਕੇ ਉਹਨੂੰ ਇੰਪੀਚ ਕਰ ਸਕਦੇ। ਪਰ ਕਹਿੰਦੇ ਉਹਦਾ ਚਾਰਜ ਕਿਹੜਾ ਹਾਊਸ ਸ਼ੁਰੂ ਕਰਦਾ? ਇਹ ਵੀ ਮੈਂ ਤੁਹਾਨੂੰ ਦੱਸਿਆ ਸੀ, ਮਤਲਬ ਉਹ ਜਿਹੜਾ ਚਾਰਜ ਹੈ ਉਹ ਕਿਸੇ ਵੀ ਹਾਊਸ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਇਨੀਸ਼ੀਏਟਿਵ ਕੋਈ ਵੀ ਹਾਊਸ ਲੈ ਸਕਦਾ ਹੈ, ਚਾਹੇ ਲੋਕ ਸਭਾ ਚਾਹੇ ਰਾਜ ਸਭਾ। ਤਾਂ ਇਹਦਾ ਆਨਸਰ ਹੋ ਜਾਊਗਾ ਸੀ ਆਪਸ਼ਨ ਬਾਏ ਆਈਦਰ ਹਾਊਸ ਆਫ ਦਾ ਪਾਰਲੀਮੈਂਟ। ਚਾਹੇ ਤਾਂ ਲੋਕ ਸਭਾ ਚਾਹੇ ਰਾਜ ਸਭਾ 'ਚ ਚਾਰਜ ਸ਼ੁਰੂ ਕੀਤਾ ਜਾ ਸਕਦਾ ਹੈ। ਅਤੇ ਅੱਜ ਦਾ ਆਪਣਾ ਲਾਸਟ ਕੁਐਸਚਨ ਹੈ ਬਟ ਨੋਟ ਲੀਸਟ, ਹੈ ਨਾ। ਚਲੋ ਦ ਸੀਰੀਜ਼ ਦ ਨਿਊ ਸੀਰੀਜ਼ ₹10 ਨੋਟ ਹੈਵ ਡਿਪਿਕਸ਼ਨ ਆਫ। ਜਿਹੜੇ 10 ਰੁਪਏ ਦੇ ਹੁਣ ਨਵੇਂ ਨੋਟ ਆਏ ਆ ਉਹਦੇ ਵਿੱਚ ਜਿਹੜਾ ਮੋਟੋ ਬਣਿਆ ਹੈ ਨਾ, ਉਹ ਉੱਥੇ ਕੀ ਦਿਖਾਇਆ ਗਿਆ? ਉੱਥੇ ਦਿਖਾਇਆ ਗਿਆ ਆਪਾਂ ਨੂੰ ਕੋਨਾਰਕ ਸਨ ਟੈਂਪਲ, ਸੂਰਯ ਮੰਦਿਰ ਕੋਨਾਰਕ ਦੇ ਵਿੱਚ ਹੈ। ਕੋਨਾਰਕ ਕਿੱਥੇ ਹੈ? ਉੜੀਸਾ ਦੇ ਵਿੱਚ। ਵੈਰੀ ਇੰਪੋਰਟੈਂਟ ਕੁਐਸਚਨ। ਉੜੀਸਾ ਦੇ ਵਿੱਚ ਇੱਕ ਮੰਦਿਰ ਹੈ ਕੋਨਾਰਕ ਸਨ ਟੈਂਪਲ, ਉਹ ਬਣਿਆ 10 ਦੇ ਨਵੇਂ ਨੋਟਾਂ ਦੇ ਪਿੱਛੇ। ਤੁਸੀਂ ਦੇਖ ਲੈਣਾ 10 ਦੇ ਨਵੇਂ ਨੋਟ। ਰਾਣੀ ਕੀ ਵਾਵ ਕਿਹਦੇ ਪਿੱਛੇ ਬਣਿਆ? ₹100 ਨੋਟ ਦੇ ਪਿੱਛੇ। ਜਿਹੜੇ 100 ਰੁਪਏ ਦੇ ਨਵੇਂ ਨੋਟ ਆਏ ਉਹਦੇ ਪਿੱਛੇ ਕੀ ਬਣਿਆ? ਰਾਣੀ ਕੀ ਵਾਵ। ਠੀਕ ਹੈ, ਰਾਣੀ ਕੀ ਵਾਵ ਹੈ ਗੁਜਰਾਤ ਦੇ ਵਿੱਚ, ਕੋਨਾਰਕ ਸਨ ਟੈਂਪਲ ਹੈ ਉੜੀਸਾ ਦੇ ਵਿੱਚ। ਜਗਨਨਾਥ ਟੈਂਪਲ ਵੈਸੇ ਪੂਰੀ 'ਚ ਹੈ, ਪੂਰੀ ਵੀ ਉੜੀਸਾ 'ਚ ਹੈ, ਜਗਨਨਾਥ ਪੂਰੀ। ਮੰਗਲਯਾਨ ਕਿਹਦੇ ਪਿੱਛੇ ਬਣਿਆ? 2000 ਦੇ ਨੋਟ, ਜਿਹੜੇ 2000 ਦੇ ਨਵੇਂ ਨੋਟ ਹੈ ਪਿੰਕ ਕਲਰ ਦੇ, ਹੈ ਨਾ। ਤਾਂ ਫੇਵਰੇਟ ਆਪਣੇ ਪਿੰਕ ਕਲਰ ਦੇ ਨੋਟਸ, ਉਹਦੇ ਪਿੱਛੇ ਬਣਿਆ ਮੰਗਲਯਾਨ। ਅਤੇ ਇਹਨੂੰ ਕੀ ਬੋਲਿਆ ਜਾਂਦਾ? ਮੋਮ। ਮੰਗਲਯਾਨ ਨੂੰ ਕੀ ਨਾਮ ਦਿੱਤਾ ਗਿਆ ਸੀ? ਮੋਮ ਦੀ ਫੁੱਲ ਫਾਰਮ ਆਪਾਂ ਨੂੰ ਪੁੱਛ ਸਕਦੇ ਆ। ਮੋਮ ਦੀ ਫੁੱਲ ਫਾਰਮ ਹੈ ਮਾਰਸ ਔਰਬਾਈਟਰ ਮਿਸ਼ਨ। ਠੀਕ ਹੈ, ਵੀ ਤੁਸੀਂ ਯਾਦ ਰੱਖਣਾ। ਮੰਗਲਯਾਨ ਇੰਡੀਆ ਨੇ ਆਪਣਾ ਜਿਹੜਾ ਮਾਰਸ ਦੇ ਉੱਤੇ ਜਿਹੜਾ ਆਪਣਾ ਪ੍ਰੋਜੈਕਟ ਭੇਜਿਆ ਸੀ ਮੰਗਲਯਾਨ, ਉਹ ਦਰਸਾਇਆ ਗਿਆ 2000 ਦੇ ਨੋਟ ਦੇ ਪਿੱਛੇ। ਤਾਂ ਇਹ ਸੀ ਜੀ ਅੱਜ ਦੇ ਆਪਣੇ ਬੈਸਟ ਕੁਐਸਚਨਸ ਨੂੰ। ਇਹਨਾਂ ਕੁਐਸਚਨਸ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੈ ਨਾ, ਦੇਖ ਲੈਣਾ, ਕਾਪੀ ਪੈਨ 'ਤੇ ਨੋਟ ਕਰ ਲੈਣਾ ਅਤੇ ਰਿਵਾਈਜ਼ ਕਰ ਲੈਣਾ। ਕਿਤੇ ਵੀ ਤੁਹਾਨੂੰ ਕੋਈ ਕੁਛ ਲੱਗਦਾ ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਚੰਗੀ ਤਰ੍ਹਾਂ ਧਿਆਨ ਨਾਲ ਦੇਖ ਸਕਦੇ ਹੋ, ਸੁਣ ਸਕਦੇ ਹੋ, ਨੋਟ ਕਰ ਸਕਦੇ ਹੋ, ਹੈ ਨਾ। ਦੁਬਾਰਾ ਇਸ ਵੀਡੀਓ ਨੂੰ ਦੇਖ ਸਕਦੇ ਹੋ। ਤਾਂ ਆਈ ਹੋਪ ਤੁਹਾਨੂੰ ਇਹ ਕੁਐਸਚਨ ਪਸੰਦ ਆਏ ਹੋਣਗੇ। ਤੁਸੀਂ ਕੁਐਸਚਨਸ ਨੂੰ ਦੁਬਾਰਾ ਦੇਖੋ, ਯਾਦ ਕਰੋ ਅਤੇ ਮਿਲਦੇ ਜੀ ਆਪਣੇ ਨੈਕਸਟ ਪਾਰਟ ਦੇ ਵਿੱਚ। ਬੈਸਟ ਆਫ ਲੱਕ।